ਸ਼੍ਰੋਮਣੀ ਅਕਾਲੀ ਦਲ ਇਹਨਾਂ ਦੀ ਹੈਗੀ ਜੀ ਆਪਣਾ ਪਿਓ ਪੁੱਤ ਪਾਰਟੀ ਬ੍ਰਹਮਪੁਰਾ ਸਾਹਿਬ ਦੀ, ਉਹਨਾਂ ਚੋਂ ਜਿਹੜੇ ਛੱਡ ਕੇ ਆਏ ਆ ਫੈਲੋ ਕੇ ਪਿੰਡ ਤੋਂ ਸਾਹਿਬ ਬਰਜਿੰਦਰ ਸਿੰਘ ਜੀ ਆ ਮਗਰ ਖਲੋਤੇ ਆ, ਇਹਨਾਂ ਦੇ ਨਾਲ ਸਾਹਿਬ ਜੀਤ ਸਿੰਘ ਜੀ ਮੈਂਬਰ ਪੰਚਾਇਤ, ਲਖਵੀਰ ਸਿੰਘ ਜੀ, ਰਜਵੰਤ ਸਿੰਘ ਜੀ, ਬਲਦੇਵ ਸਿੰਘ ਜੀ, ਅੰਗਰੇਜ਼ ਸਿੰਘ ਜੀ, ਗੁਰਸੇਵਕ ਸਿੰਘ ਜੀ, ਸਤਨਾਮ ਸਿੰਘ ਜੀ, ਜਿੱਥੇ ਇਹ ਸ਼ਾਮਿਲ ਹੋਇਆ ਉਸੇ ਅੱਗੇ ਨਹੀਂ ਆ ਪਿੱਦੀ ਵਾਲੇ ਆਏ ਨਹੀਂ, ਹਲੇ ਆ ਰਹੇ ਪਿੱਦੀ ਪਿੰਡ ਤੋਂ ਵੀ ਆ ਰਹੇ ਆ, ਥੋੜਾ ਲੇਟ ਹੋ ਗਏ ਸਰ ਵਿਕਰਮਜੀਤ ਸਿੰਘ ਜੀ ਤੇ ਸ਼ਮਸ਼ੇਰ ਸਿੰਘ, ਔਰ ਪਿੰਡ ਚਤਾਲੇ ਤੋਂ ਹਰਪਾਲ ਸਿੰਘ ਜੀ, ਜੋਬਨਵੀਰ ਸਿੰਘ ਜੀ, ਪ੍ਰਿੰਸ ਜੀ, ਨਵਤੇਜ ਤੇ ਰਾਜਨ ਸ਼ਰਮਾ ਜੀ, ਨਾਲ ਹੀ ਅੰਮ੍ਰਿਤਸਰ ਈਸਟ ਤੋਂ ਜਿਨ੍ਹਾਂ ਨੇ ਭਾਜਪਾ ਨੂੰ ਛੱਡ ਕੇ ਬਲਵਿੰਦਰ ਸਿੰਘ ਜੀ, ਇਹ ਆਪਣੇ ਸਾਥੀਆਂ ਸਮੇਤ ਜੋਬਨਜੀਤ ਸਿੰਘ, ਚਰਨਜੀਤ ਸਿੰਘ, ਇਹਨਾਂ ਨੇ ਸਾਰਿਆਂ ਨੇ ਭਾਜਪਾ ਦੇ ਵੱਖ-ਵੱਖ ਅਹੁਦਿਆਂ ਨੂੰ ਛੱਡਦੇ ਹੋਇਆਂ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਇਹ ਸਾਰੇ ਪਰਿਵਾਰ ਸ਼ਾਮਿਲ ਹੋਏ ਆ। ਕੁਝ ਸਮੇਂ ਪਹਿਲਾਂ ਤੋਂ ਮੇਰੀ ਇਹਨਾਂ ਪਰਿਵਾਰਾਂ ਨਾਲ, ਇਹਨਾਂ ਸੱਜਣਾਂ ਨਾਲ ਬਹਿ ਕੇ ਗੱਲਬਾਤ ਹੋਈ ਸੀ, ਔਰ ਸਾਰੇ ਇਹ ਮਹਿਸੂਸ ਕਰਦੇ ਆ ਕਿ ਅੱਜ ਜੋ ਹਾਲਾਤ ਪੰਜਾਬ ਦੇ ਮੌਜੂਦਾ ਸਰਕਾਰ ਨੇ ਬਣਾਏ ਆ, ਜਿਸ ਤਰੀਕੇ ਨਾਲ ਬਹੁਤ ਵੱਡੀ ਮਾਰ ਹਰ ਪੱਖੋਂ ਡਿਵੈਲਪਮੈਂਟ, ਇੰਡਸਟਰੀ, ਜੋ ਵਧੇ ਬਿਜਲੀ ਦੇ ਰੇਟ, ਜੋ ਹਾਈ ਟੈਕਸੇਸ਼ਨ, ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ, ਔਰ ਜੋ ਜਨਰਲ ਲਾਅ ਐਂਡ ਆਰਡਰ ਦਾ ਹਾਲਾਤ ਬਣੇ ਆ, ਇਹ ਬੜਾ ਜ਼ਰੂਰੀ ਆ ਕਿ ਪੰਜਾਬ ਦੇ ਭਲੇ ਵਾਸਤੇ, ਬਾਰਡਰ ਸਟੇਟ ਦੀ ਤਰੱਕੀ ਵਾਸਤੇ, ਭਾਈਚਾਰਕ ਸਾਂਝ, ਅਮਨ ਸ਼ਾਂਤੀ, ਕਾਨੂੰਨ ਨੂੰ ਬਹਾਲ ਰੱਖਣ ਵਾਸਤੇ ਇਹਨਾਂ ਸਾਰਿਆਂ ਨੇ ਵੱਡੇ ਪੱਧਰ ਤੇ ਫੈਸਲਾ ਕੀਤਾ ਕਿ ਜੇ ਕੋਈ ਪੰਜਾਬ ਨੂੰ ਸਹੀ ਦਿਸ਼ਾ ਤੇ ਲੈ ਕੇ ਜਾ ਸਕਦੀ ਉਹ ਸ਼੍ਰੋਮਣੀ ਅਕਾਲੀ ਦਲ ਹੈ। ਔਰ ਮੈਂ ਬੜਾ ਧੰਨਵਾਦੀ ਹਾਂ ਕਿਉਂਕਿ ਅੱਜ ਜਿਹੜੇ ਫੈਲੋ ਕੇ ਪਿੰਡ ਵਾਲੇ ਆਏ ਆ, ਖਡੂਰ ਸਾਹਿਬ ਹਲਕੇ ਤੋਂ ਸੰਬੰਧਿਤ ਹੈ, ਜਿਨ੍ਹਾਂ ਨੇ ਬ੍ਰਹਮਪੁਰਾ ਸਾਹਿਬ ਨਾਲ ਬੜਾ ਨੇੜਦਾ ਇਹਨਾਂ ਦਾ ਸਾਂਝ ਰਹੀ ਹੈ, ਮਗਰ ਅੱਜ ਉਹਨਾਂ ਨੂੰ ਵੀ ਛੱਡਦਿਆਂ ਹੋਇਆਂ ਉਹਨਾਂ ਦੇ ਹਲਕੇ 'ਚੋਂ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਆ, ਜਿਹੜੀ ਮਾਂ ਪਾਰਟੀ ਸੀ ਜਿਹਨੇ ਬ੍ਰਹਮਪੁਰਾ ਸਾਹਿਬ ਨੂੰ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਦਿੱਤਾ, ਤੇ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ। ਤੁਹਾਡੇ ਕੋਈ ਸਵਾਲ ਹੈ ਤੇ ਉਹ ਦੱਸ ਦਿਓ ਜੀ ਮੈਨੂੰ। ਕਿਸਾਨਾਂ ਨੂੰ ਕਿਹਾ ਕਿ ਪੰਜਾਬ 'ਚ ਧਰਨੇ ਨਾ ਲਾਓ, ਦਿੱਲੀ ਲਾਓ, ਪੰਜਾਬ ਧਰਨੇ ਨਾਲ। ਦੇਖੋ ਕੈਪਟਨ ਸਾਹਿਬ ਨੇ ਤਾਂ 4.5 ਸਾਲ, ਪੌਣੇ 5 ਸਾਲ ਹੀ ਇੰਨਾ ਨੁਕਸਾਨ ਕਰਤਾ, ਤੇ ਹੁਣ ਕਿਸਾਨਾਂ ਦੇ ਬਾਰੇ ਇਹ ਜੀ ਟਿੱਪਣੀ ਦੇ ਕੇ ਮੈਂ ਸਮਝਦਾ ਕੈਪਟਨ ਸਾਹਿਬ ਦਾ ਕੋਈ ਗੱਲ ਦਾ ਤੁੱਕ ਤਾਂ ਬਣਦੀ ਨਹੀਂ, ਔਰ ਇਹ ਗੱਲ ਕਹਿਣੀ ਕਿ ਧਰਨਾ ਕਾਂਗਰਸ ਕਰਕੇ ਚੱਲਦਾ, ਮੈਂ ਸਮਝਦਾ ਕਿ ਕਿਤੇ ਨਾ ਕਿਤੇ ਸਾਰੀ ਕਿਸਾਨੀ ਨੂੰ, ਸਾਰੇ ਕਿਸਾਨਾਂ ਨੂੰ ਅਪਮਾਨਿਤ ਕਰਨ ਵਾਲਾ ਕੰਮ ਕੀਤਾ। ਹਿੰਮਤ ਉਹਨਾਂ ਦੀ ਰਹੀ ਆ, ਜਦੋਂ ਜਹਿਦ ਉਹਨਾਂ ਦੀ ਰਹੀ ਆ, ਦਿਨ ਰਾਤ ਕਿਸਾਨ ਭਰਾਵਾਂ ਨੇ ਸਾਡਿਆਂ ਨੇ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਲੜਾਈ ਲੜੀ ਆ। ਉਸ ਠੰਡੇ ਮੌਸਮ 'ਚ ਧੁੱਪ ਹੋਵੇ, ਗਰਮੀ ਹੋਵੇ, ਮੀਂਹ ਹੋਵੇ, ਹਨੇਰੀ ਹੋਵੇ, ਝੱਖੜ ਹੋਵੇ, ਜਿੰਨਾ ਮਰਜ਼ੀ ਟੈਂਪਰੇਚਰ ਡਿੱਗ ਜਾਵੇ ਭਾਵੇਂ ਵੱਧ ਜੇ, ਉਹ ਜਾ ਕੇ ਉੱਥੇ ਮੋਰਚੇ 'ਤੇ ਬੈਠੇ ਰਹੇ ਆ। ਕਪਤਾਨ ਸਾਹਿਬ ਦੇ ਆਪਦੇ ਜੰਗਲ 'ਚੋਂ ਨਹੀਂ ਨਿਕਲੇ, ਆਪਦੇ ਮਹਿਲਾਂ 'ਚੋਂ ਨਹੀਂ ਨਿਕਲੇ। ਸੋ ਉਹਨਾਂ ਦਾ ਅੱਜ ਕਿਸਾਨੀ ਦੇ ਖਿਲਾਫ ਕਿਸੇ ਤਰੀਕੇ ਦਾ ਵੀ ਕੋਈ ਬਿਆਨਬਾਜ਼ੀ ਦੇਣਾ, ਮੈਂ ਸਮਝਦਾ ਉਹਨਾਂ ਦਾ ਅਸਲ ਚਿਹਰਾ ਨੰਗਾ ਹੋ ਰਿਹਾ ਕਿ ਗਾਂਧੀ ਪਰਿਵਾਰ ਕਿੱਥੇ ਖਲੋਤਾ। ਜਦੋਂ ਇਹ ਕਿਸਾਨੀ ਕਾਲੇ ਕਾਨੂੰਨ ਪਾਸ ਵੀ ਹੋ ਰਹੇ ਸੀ, ਕਾਂਗਰਸ ਪਾਰਟੀ ਨੇ ਉਦੋਂ ਵੀ ਕੋਈ ਵਿਪ ਨਹੀਂ ਜਾਰੀ ਕੀਤੀ ਪਾਰਲੀਮੈਂਟ 'ਚ, ਔਰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਤਾਂ ਅਮਰੀਕਾ ਪਹੁੰਚ ਗਏ ਸੀ। ਉਸ ਗੱਲ ਤੋਂ ਹੀ ਸਪਸ਼ਟ ਹੋ ਗਿਆ ਕਿ ਇਸ ਮੁੱਦੇ ਉੱਤੇ ਕਾਂਗਰਸ ਦਾ ਸਟੈਂਡ ਕੀ ਸੀ। ਭਾਵੇਂ ਉਹਨਾਂ ਨੇ ਆਪਦੇ ਮੈਨੀਫੈਸਟੋ 'ਚ ਵੀ ਜੋ ਭਾਜਪਾ ਨੇ ਕੀਤਾ, ਉਹ ਕਾਂਗਰਸ ਦਾ 2019 ਦਾ ਮੈਨੀਫੈਸਟੋ ਵੀ ਸੇਮ ਗੱਲ ਕਹਿੰਦਾ। ਔਰ ਪੰਜਾਬ 'ਚ ਜਿਹੜੇ ਵਾਅਦੇ ਕੈਪਟਨ ਅਮਰਿੰਦਰ ਸਿੰਘ ਜੀ ਗਿਣਾਉਂਦੇ ਆ, ਉਹਨਾਂ ਵਾਅਦਿਆਂ 'ਚੋਂ ਇੱਕ ਵਾਅਦਾ ਇਹੀ ਹੈ ਕਿ APMC ਮੰਡੀ ਅਸੀਂ ਪ੍ਰਾਈਵੇਟ ਕਰਾਂਗੇ, ਮੰਡੀਆਂ ਨੂੰ ਪ੍ਰਾਈਵੇਟ ਕਰਾਂਗੇ, ਅਸੀਂ ਪ੍ਰਾਈਵੇਟ ਪਲੇਅਰਸ ਨੂੰ ਖੇਡਣ ਨੂੰ ਮੌਕਾ ਦੇਵਾਂਗੇ, ਅਸੀਂ ਇੱਕ ਮੰਡੀ, ਇੱਕ ਸਟੇਟ 'ਚ ਇੱਕ ਲਾਇਸੈਂਸ ਦੇਵਾਂਗੇ। ਸਾਰੀ ਚੀਜ਼ਾਂ ਤਾਂ ਇਹਨਾਂ ਨੇ ਲਾਗੂ ਕੀਤੀਆਂ ਹੋਈਆਂ ਨੇ। ਮਿਸ਼ਨ ਪੰਜਾਬ ਨੂੰ ਮਜ਼ਬੂਤ ਕਰਨ ਦੇ ਲਈ ਚੜੂਨੀ ਜਿਹੜੇ ਨੇ 16 ਸਤੰਬਰ ਨੂੰ ਤਰਨਤਾਰਨ 'ਚ ਰੈਲੀ ਕੱਢ ਰਹੇ ਨੇ, ਬਾਕੀ ਸਾਰੀ ਸਿਆਸਤ ਦੀ ਰੈਲੀਆਂ ਜਿਹੜੀਆਂ ਲੋਕੀਆਂ ਨੇ ਆਪ ਸਿਆਸਤ ਦੀ ਗੱਲ ਕਰਦੇ। ਦੇਖੋ ਇਸ ਗੱਲ ਦਾ ਜਵਾਬ ਤਾਂ ਤੁਸੀਂ ਉਹਨਾਂ 32 ਕਿਸਾਨ ਜਥੇਬੰਦੀਆਂ ਨੂੰ ਕਰੋ ਤੇ ਗੱਲ ਚੰਗੀ ਆ। ਚੰਡੂਨੀ ਸਾਹਿਬ ਕਹਿੰਦੇ ਇਲੈਕਸ਼ਨ ਲੜਨੀ ਆ, ਠੀਕ ਹੈ ਜੀ, ਫਿਰ ਤਾਂ ਕੀ ਮਨਸ਼ਾ ਉਹ ਤੋਂ ਹੀ ਸਪਸ਼ਟ ਹੈ ਜੀ।
ਅੱਜ ਉਹ ਪ੍ਰੋਗਰਾਮ ਕਰ ਰਹੇ ਆ, ਬਾਕੀਆਂ ਨੂੰ ਰੋਕਤਾ। ਆਲਰੇਡੀ ਅਸੀਂ ਤਾਂ ਇਹ ਵੀ ਮਹਿਸੂਸ ਕਰਦੇ, ਕਾਂਗਰਸ ਨੇ ਵੀ ਪ੍ਰੋਗਰਾਮ ਕਰਤੇ ਆ। ਦੇਖੋ ਖੇਮਕਰਨ ਪ੍ਰੋਗਰਾਮ ਹੋਇਆ ਬਹੁਤ ਵੱਡਾ, ਉੱਥੇ ਕੋਈ ਰੋਕ ਟੋਕ ਨਹੀਂ ਹੋਈ। ਕੱਲ 2 ਵਜ਼ੀਰਾਂ ਨੇ ਕੀਤਾ, ਉਹਨਾਂ ਨੂੰ ਕੋਈ ਰੋਕ ਟੋਕ ਨਹੀਂ। ਉਸ ਤੋਂ ਪਹਿਲਾਂ ਪ੍ਰਤਾਪ ਬਾਜਵਾ ਨੇ ਕੀਤਾ, ਕੋਈ ਰੋਕ ਟੋਕ ਨਹੀਂ। ਤਾਂ ਕਿਤੇ ਨਾ ਕਿਤੇ ਸਵਾਲ ਤਾਂ ਉੱਠ ਹੀ ਰਹੇ ਇਹਨਾਂ ਗੱਲਾਂ ਦੇ। ਔਰ ਉਗਰਾਹਾਂ ਸਾਹਿਬ ਨੇ ਵੀ ਸਪਸ਼ਟ ਕਰਤਾ ਕਿ ਸਾਡਾ ਵਿਰੋਧ ਕੱਲਾ ਇੱਕ ਪਾਰਟੀ ਦਾ ਹੈ ਜਿਹਦਾ ਦੇਸ਼ 'ਚ ਸਰਕਾਰ ਚੱਲ ਰਹੀ ਹੈ, ਦੂਜਿਆਂ ਦਾ ਨਹੀਂ ਹੈ। ਸੋ ਇਹ ਸਾਰੀ ਗੱਲਾਂ ਕਿਤੇ ਨਾ ਕਿਤੇ ਬੜੇ ਕਨਫਿਊਜ਼ਿੰਗ ਸਿਗਨਲ ਦੇ ਰਹੀ ਆ। ਔਰ ਇਹਦੇ 'ਚ ਇਹ ਸਾਰੀ ਕਿਸਾਨ ਲੀਡਰਸ਼ਿਪ ਵੀ ਆਪਸ 'ਚ ਇੱਕ ਮਤ ਨਹੀਂ ਹੈ, ਉਹ ਗੱਲ ਵੀ ਸਪਸ਼ਟ ਹੋ ਕੇ ਆ ਰਹੀ ਹੈ। ਔਰ ਮੈਂ ਸਮਝਦਾ ਲੜਾਈ ਦਿੱਲੀ ਨਾਲ ਹੈ, ਮਗਰ ਪਾ ਕੇ ਪੰਜਾਬ 'ਚ ਬਹਿ ਗਏ। ਇਹ ਆਲ ਇੰਡੀਆ ਮੁੱਦਾ ਸੀ ਕਿਸਾਨੀ ਦਾ, ਮਗਰ ਅੱਜ ਮਹਿਸੂਸ ਹੋ ਰਿਹਾ ਕਿਤੇ ਪੰਜਾਬ ਦਾ ਹੀ ਤਾਂ ਨਹੀਂ ਇਕੱਲਾ ਸਿਮਟ ਕੇ ਰਹਿ ਗਿਆ। ਕਿਉਂਕਿ ਇਹੀ ਫੈਸਲੇ यूपी च उत्तराखंड च राहुल गांधी ने जम्मू तो आपकी यात्रा शुरू करती है, उन्होंने कोई रोक टोक नहीं। यूपी च रैलियां हो रही ने, उन्होंने कोई रोक टोक नहीं। आप पार्टी आप दा प्रचार कर रही है तिन्ने सूबे चो, उत्थे यूपी उत्तराखंड उत्थे काम चल रहा। इसलिए बड़ी चर्चावां चल रही ने। इहदा जवाब वो 32 जथेबंदियां दे सकदियां। असीं तां किसान भरावां दे नाल खलोते आ। काले कानूनां दे खिलाफ लड़ाई साडी जारी है। 17 तरीक ਨੂੰ जिस दिन ਅਸੀਂ ਇਹਨਾਂ ਬਿੱਲਾਂ ਦੇ ਖਿਲਾਫ ਠੋਕ ਕੇ ਉੱਥੇ ਬੋਲੇ ਆ ਪਾਰਲੀਮੈਂਟ 'ਚ, ਔਰ ਆਪ ਦਾ ਅਸਤੀਫਾ ਦਿੱਤਾ। ਅੱਜ 1 ਸਾਲ ਉਹਨੂੰ 17 ਤਰੀਕ ਨੂੰ ਪੂਰਾ ਹੋਣ ਲੱਗਿਆ। ਉਹਨੂੰ ਕਾਲੇ ਦਿਨ ਦੇ ਤੌਰ ਤੇ ਅਸੀਂ ਜਾ ਕੇ ਦਿੱਲੀ 'ਚ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨ ਤੋਂ ਬਾਅਦ ਜਾ ਕੇ ਉਹ ਬਿੱਲ ਫੂਕਣ ਦਾ ਕੰਮ ਕਰਾਂਗੇ। ਉਹ ਸਾਡਾ ਪਾਰਟੀ ਦਾ ਫੈਸਲਾ, ਔਰ ਅਸੀਂ ਆਪ ਦੀ ਲੜਾਈ ਜਾਰੀ ਰੱਖਾਂਗੇ। ਕਨਫਿਊਜ਼ਨ ਦੀ ਮੀਡੀਆ ਦਾ ਗੱਲ ਕੀਤੀ, ਗਰਾਦੀ ਲਿਸਟ ਜਾਰੀ ਹੋਈ ਹੈ, ਤੁਹਾਡਾ ਨਾਮ ਸਭ ਤੋਂ ਪਹਿਲਾਂ ਆਉਣਾ ਸੀ, ਤੁਹਾਡਾ ਨਾਮ ਹੀ ਨਹੀਂ ਆਇਆ। ਉਹਦਾ ਵੀ ਕਨਫਿਊਜ਼ਨ ਪੈ ਗਈ ਹੈ। ਮਾੜਾ ਬੰਦਾ ਇਹ ਭਰਾ ਨਹੀਂ ਕੈਬਲ ਸਮਝਿਆ। ਤੁਸੀਂ ਆਪਦੀ ਜਗ੍ਹਾ ਦੇ ਦਿਓ, ਨੌਕਰੀ ਤੇਰੇ ਨਾਲ ਲਾ ਲਿਆ ਕਰੂੰਗਾ ਮੈਂ, ਮੁਈ ਫੜ ਲਿਆ ਕਰੂੰਗਾ। ਮਜੀਠਾ ਸਾਹਿਬ ਕਿਤੋਂ ਲੜੋਗੇ? ਚੋਣ ਮਜੀਠਾ ਤੋਂ ਲੜੋਗੇ ਜਾਂ ਕੋਈ ਹੋਰ ਸਿੱਧੂ ਸਾਹਿਬ ਦੇ ਮੁਕਾਬਲੇ 'ਚ ਨਹੀਂ ਲੜੋਗੇ? ਜਿਹਨਾਂ ਨੇ ਟਿਕਟ ਦੇਣੀ ਹੈ ਭਰਾ, ਉਹਨਾਂ ਨੂੰ ਸਵਾਲ ਕਰ। ਜੇ ਨਾ ਦੇਣ ਤਾਂ ਫਿਰ ਤੇਰੇ ਨਾਲ ਹੀ ਲੜਿਆ ਕਰੂੰਗਾ। ਬੀਜੇਪੀ ਆਗੂ ਹਰਿੰਦਰ ਸਿੰਘ ਕਾਲੂ ਵੱਲੋਂ ਕਿਹਾ ਗਿਆ ਕਿ ਜੇਕਰ ਮੈਂ ਪੀਐਮ ਹੁੰਦਾ ਤੇ ਕਿਸਾਨਾਂ ਨੂੰ ਡਾਂਗਾ ਮਾਰ ਤੋਂ ਬਚਾ ਦੇਣਾ ਸੀ। ਕਿਹੜਾ ਪਰਸਨ ਹੈ ਜੀ ਬੀਜੇਪੀ ਦੇ ਨਵੇਂ ਹਰਮਿੰਦਰ ਸਿੰਘ ਕਾਲੂ? ਉਹਨੇ ਕਿਹਾ ਜੀ ਮੋਦੀ ਸਾਹਿਬ ਨਰਮਾਈ ਵਰਤ ਰਹੇ ਜੇ, ਮੇਰਾ ਬਸ ਚੱਲਦਾ ਮੈਂ ਡਾਂਗਾ ਮਾਰ। ਇਹ ਕਿਹੜੀ ਬਲਾ ਹੈ? ਪਹਿਲਾਂ ਤਾਂ ਮੈਂ ਦੀ ਫੋਟੋ ਵਿਖਾਓ। ਦੇਖੋ ਇਹ ਉਹੀ ਕਹਿ ਸਕਦੇ ਆ, ਤੂੰ ਨਹੀਂ ਬੋਲਦੀ ਤੇਰੇ 'ਚ ਕਿਹੜਾ ਯਾਰ ਬੋਲਦਾ। ਤੁਸੀਂ ਸਿਆਣੇ ਹੋ। ਔਰ ਜੇ ਅੰਨਦਾਤਾ ਨੂੰ ਮਾਰੇ ਨਾਲ ਕੋਈ ਸਮਝਦਾ ਕਿ ਉਹਦੀ ਚੜ੍ਹਾਈ ਹੋ ਰਹੀ ਆ, ਤੇ ਫਿਰ ਜੈ ਜਵਾਨ ਜੈ ਕਿਸਾਨ ਦੇ ਨਾਰੇ ਜਿਹੜੇ ਸਟੇਜਾਂ ਤੇ ਇਹਨਾਂ ਦੇ ਬੰਦੇ ਲਾਉਂਦੇ, ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ। ਕਿਉਂਕਿ ਅੰਨਦਾਤਾ ਨੂੰ, ਕਿਸਾਨ ਨੂੰ, ਜਿਹਨੇ ਇੰਨੀ ਮਿਹਨਤ ਕਰਕੇ ਦੇਸ਼ ਦੇ ਅਨਾਜ ਦੇ ਭੰਡਾਰ 'ਚ ਐਡਾ ਵੱਡਾ ਯੋਗਦਾਨ ਪਾਇਆ ਹੋਵੇ, ਉਹਨੂੰ ਮਾਰਨ ਕੁੱਟਣ ਦਾ ਮਤਲਬ ਹੀ ਕੋਈ ਨਹੀਂ ਬਣਦਾ ਜੀ। ਔਰ ਜੋ ਇਹ ਜੀ ਸੋਚ ਰੱਖਦਾ, ਉਹਦੀ ਕਾਨੂੰਨਾਂ ਪ੍ਰਤੀ ਕੀ ਸੋਚ ਹੈ ਸਪਸ਼ਟ ਹੈ ਜੀ। ਮੈਂ ਤਾਂ ਇਹਨਾਂ ਨੂੰ ਕੰਡੈਮ ਕਰਦਾ ਜੀ ਇਹ ਜਿਹੇ ਬਿਆਨਾਂ ਨੂੰ। ਔਰ ਮੈਂ ਆਸ ਕਰਦਾ ਕੈਪਟਨ ਅਮਰਿੰਦਰ ਸਿੰਘ ਤੋਂ, ਜੇ ਪੰਜਾਬ ਦੇ, ਕਿਉਂਕਿ ਇਹ ਬਿਆਨ ਪੰਜਾਬ ਦਾ ਹੈ, ਉਹਨਾਂ ਖਿਲਾਫ ਐਕਸ਼ਨ ਲੈਣਗੇ। ਇੱਕ ਫਸਲਾਂ ਦਾ ਨਹੀਂ ਤਾਂ ਮਿਲੀ ਭੁਗਤ ਸਾਹਮਣੇ ਨਿਕਲ ਕੇ ਆਊਗੀ। ਫਸਲਾਂ ਦਾ ਨੁਕਸਾਨ ਬਹੁਤ ਹੈ। ਤਰਨਤਾਰਨ ਜ਼ਿਲ੍ਹੇ 'ਚ ਕੁਝ ਨਾਲੇ ਵਾਲੇ ਵੀ ਤੇ ਗਰਦੌਰੀ ਦੇ ਆਰਡਰ ਕੀਤੇ, ਬਟ ਕੋਈ ਅਧਿਕਾਰੀ ਨਹੀਂ ਪਹੁੰਚਿਆ। ਕਾਫੀ 2000 ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਹੀਂ ਕਰਨਾ ਕਿਸਾਨਾਂ ਦਾ। ਔਰ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਕੁਛ ਤਾਂ ਹੈਗੀਆਂ ਜਿਹੜੀਆਂ ਸਵਾਲ ਉਠਾ ਰਹੀਆਂ ਨੇ। ਨਾ ਤਾਂ ਜਿਹੜਾ ਮੈਨੀਫੈਸਟੋ ਸੀਗਾ, ਇਹਨਾਂ ਨੇ ਉਸ ਦਿਨ ਵੀ ਬਿਆਨ ਦਿੱਤਾ ਕਿ ਇਹਨੂੰ ਲੀਗਲ ਡਾਕੂਮੈਂਟ ਬਣਾਉਣਾ ਚਾਹੀਦਾ, ਤੇ ਜਿਨ੍ਹਾਂ ਨੇ ਸਭ ਤੋਂ ਵੱਡਾ ਧੋਖਾ ਤੇ ਧਰੋਹ ਕੀਤਾ ਉਹਨੂੰ ਸਵਾਲ ਕੀਤਾ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ ਕਿ ਅਸੀਂ ਪੂਰਨ ਕਰਜ਼ਾ ਮਾਫੀ ਕਰਾਂਗੇ, ਉਹਦਾ ਕੀ ਸਥਿਤੀ ਅੱਜ ਤੁਹਾਡੇ ਸਾਹਮਣੇ ਹੈ। ਬੈਂਕਾਂ ਦਾ ਇੱਕ ਖਬਰ ਨਿਕਲ ਕੇ ਆਈ ਹੈ ਕਿ ਓਨਲੀ ਬੈਂਕ, ਮੈਂ ਆੜਤੀਆਂ ਦੀ ਗੱਲ ਨਹੀਂ ਕਰ ਰਿਹਾ, ਮੈਂ ਹੋਰ ਦੂਜੇ ਲੋਨ 'ਤੇ ਨਹੀਂ ਕਹਿ ਰਿਹਾ। ਪਹਿਲਾਂ ਇਹ ਲੋਨ ਸੀਗਾ 70,000, ਹੁਣ ਇਹ ਵੱਧ ਕੇ 80,000 ਦੇ ਨੇੜੇ ਪਹੁੰਚ ਗਿਆ। ਮਤਲਬ ਕਿ 4.5 ਸਾਲਾਂ 'ਚ ਕਿਸਾਨਾਂ ਤੇ ਜੇ ਇੰਸਟੀਟਿਊਸ਼ਨਲ ਬੈਂਕਾਂ ਦਾ ਲੋਨ ਵੱਧ ਗਿਆ, ਘਟਿਆ ਨਹੀਂ ਹੈ। ਤੇ ਕੀ ਇਹਨਾਂ ਨੂੰ ਪੁੱਛਣਾ ਨਹੀਂ ਬਣਦਾ ਕਾਂਗਰਸ ਨੂੰ? ਕਿਸਾਨ ਖੁਦਕੁਸ਼ੀ ਨੂੰ 10 ਲੱਖ ਨਹੀਂ ਮਿਲਿਆ, ਪਰਿਵਾਰਾਂ ਨੂੰ ਨੌਕਰੀ ਨਹੀਂ ਮਿਲੀ, ਉਹਨੂੰ ਪੁੱਛਣਾ ਨਹੀਂ ਬਣਦਾ? 360 ਐਲਾਨ ਤੇ ਗੰਨੇ ਦੇ ਰੇਟ, 4.5 ਸਾਲ ਉਹਦਾ ਰੇਟ ਘੱਟ ਮਿਲਿਆ,
1000 ਕਰੋੜ ਦਾ ਨੁਕਸਾਨ ਹੋਇਆ ਕਿ ਕਾਂਗਰਸ ਨੂੰ ਪੁੱਛਣਾ ਨਹੀਂ ਬਣਦਾ। 350 ਰੁਪਏ ਲਾਣੇ ਆ ਮਗਰ ਇਹ 360 ਲਾਣੇ ਆ। ਇਹ ਦੇਣੇ ਤਾਂ ਅਗਲੀ ਸਰਕਾਰ ਨੇ, ਦਸੰਬਰ 'ਚ ਤਾਂ ਸਰਕਾਰ ਲੱਥ ਜਾਣੀ। ਤੇ ਮੌਜੂਦਾ ਨੇ ਕੀ ਦਿੱਤਾ? ਕਾਂਗਰਸ ਨੇ ਕੁਛ ਨਹੀਂ, ਕੱਲਾ ਗੱਲਾਂ। ਔਰ ਮੈਂ ਇਹ ਸਵਾਲ ਤਾਂ ਉਹਨਾਂ ਜਥੇਬੰਦੀਆਂ ਨੂੰ ਕਰਨਾ ਚਾਹੀਦਾ ਜਿਹੜਾ ਇਹਨਾਂ ਨੂੰ ਪ੍ਰੋਗਰਾਮ ਕਰਨ ਦੇ ਰਹੇ। ਇਹਨਾਂ ਦਾ ਤਾਂ ਬਿਲਕੁਲ ਹੱਕ ਨਹੀਂ ਮਿਲਦਾ, ਕਿਉਂਕਿ ਸਭ ਤੋਂ ਵੱਡਾ ਧੋਖਾ ਜੇ ਕੀਤਾ ਤੇ ਕਾਂਗਰਸ ਨੇ ਕੀਤਾ ਕਿਸਾਨੀ ਨਾਲ। ਔਰ ਕੱਲ ਅਪਮਾਨਿਤ ਜੇ ਇਸ ਤਰੀਕੇ ਨਾਲ ਕੀਤਾ ਕਿ ਦਿੱਲੀ ਨੂੰ ਜਾਓ, ਇੱਥੇ ਕੋਈ ਕੰਮ ਨਹੀਂ। ਮਤਲਬ ਔਰ ਇਹ ਗੱਲ ਕਹਿਣੀ ਕਿ ਮੋਰਚਾ ਕੈਪਟਨ ਅਮਰਿੰਦਰ ਦੇ ਮੋਢੇ ਤੇ ਖਲੋਤਾ ਤੇ ਬੜੇ ਸਵਾਲ ਉਠਾਉਂਦਾ ਜੀ। ਇਹ ਗੱਲ ਵੀ ਇਹ ਅਪਮਾਨਿਤ ਕਰਦਾ ਕਿਸਾਨੀ ਨੂੰ। ਕਿਸੇ ਉਹ ਤੇ ਨਹੀਂ ਟੋਲ ਪਲਾਜ਼ੇ ਖੋਲਣ ਦੀ ਗੱਲ ਕਰ ਰਹੇ ਤਾਂ ਉਹਨੂੰ ਲੈ ਕੇ ਪ੍ਰੈਸ਼ਰ ਹੋਵੇ ਕਿਤੇ ਨਾ ਕਿਤੇ ਉੱਪਰ। ਹਾਂਜੀ, ਟੋਲ ਪਲਾਜ਼ੇ ਖੋਲਣ ਦੀ ਗੱਲ ਕੀਤੀ ਗਈ ਹੈ ਕੇਂਦਰ ਸਰਕਾਰ ਵੱਲੋਂ ਕਿ ਟੋਲ ਪਲਾਜ਼ੇ ਖੋਲੇ ਜਾਣ, ਉਹਨੂੰ ਲੈ ਕੇ ਚਲੋ ਪ੍ਰੈਸ਼ਰ ਤੇ ਨਹੀਂ? ਦੇਖੋ, ਇਹ ਤਾਂ ਕੈਪਟਨ ਸਾਹਿਬ ਦੱਸ ਸਕਦੇ ਆ, ਮਗਰ ਮੈਂ ਉਹਨਾਂ ਦੇ ਕੱਲ ਦੇ ਬਿਆਨ ਦੀ ਨਿਖੇਧੀ ਕਰਦਾ। ਔਰ ਮੈਂ ਸਮਝਦਾ ਕਿਸਾਨਾਂ ਨੂੰ ਇਸ ਤਰੀਕੇ ਨਾਲ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਲੜਾਈ ਲੜੀ ਆ, ਉਹਨਾਂ ਤੇ ਕਿੰਨੇ ਪਰਚੇ ਵੀ ਹੋਏ ਆ, ਔਰ ਉਹਨਾਂ ਨੂੰ ਇਸ ਤਰੀਕੇ ਅਪਮਾਨਿਤ ਕਰਨਾ ਕੋਈ ਗੱਲ ਠੀਕ ਨਹੀਂ। ਔਰ ਦੂਜੀ ਗੱਲ, ਉਹਨਾਂ ਦਾ ਪ੍ਰਧਾਨ ਜਿਹੜਾ ਉਹ ਚਿੱਠੀ ਤਾਂ ਲਿਖ ਰਿਹਾ ਕੈਪਟਨ ਸਾਹਿਬ ਨੂੰ, ਮਗਰ ਜਦੋਂ ਚਮਕੌਰ ਸਾਹਿਬ ਸਭ ਤੋਂ ਪਹਿਲਾ ਪ੍ਰੋਗਰਾਮ ਹੋਇਆ ਸੀ, ਜਦੋਂ ਚੰਨੀ ਕੋਲ ਗਿਆ ਸੀ, ਕਿਸਾਨਾਂ ਤੇ ਪਰਚਾ ਤਾਂ ਇਹਨਾਂ ਨੇ ਦਿੱਤਾ ਸੀ। ਉਦੋਂ ਸਭ ਤੋਂ ਪਹਿਲਾਂ ਬਿਆਨ ਆਇਆ ਸੀ ਕਿ ਪਰਚਾ ਦਿਓ ਇਹਨਾਂ ਤੇ। ਉਦੋਂ ਡੀਐਸਪੀ ਕੌਣ ਲਾਇਆ ਸੀ? ਚਮਕੌਰ ਸਾਹਿਬ ਦਾ ਡੀਐਸਪੀ ਚੰਨੀ ਤੋਂ ਬਗੈਰ ਤਾਂ ਲੱਗ ਕੇ, ਇਹ ਤੇ ਬਗੈਰ ਲੱਗਦਾ ਨਹੀਂ। ਪ੍ਰਧਾਨ ਨਾਲ ਸੀ। ਪਹਿਲਾ ਪਰਚਾ ਕਰਾਉਣ ਵਾਲੇ ਅੱਜ ਕਿਹੜੇ ਮੂੰਹ ਨਾਲ ਚਿੱਠੀ ਲਿਖ ਰਹੇ ਕਿ ਪਰਚੇ ਕੈਂਸਲ ਕਰਾ ਲਓ? ਤੁਸੀਂ ਕਰਾਏ ਤਾਂ ਤੁਸੀਂ ਸੀ। 2-3 ਥਾਵਾਂ ਤੇ ਜਿੱਥੇ ਪਰਚੇ ਹੋਇਆ ਇਹਨਾਂ ਦੀ ਪ੍ਰਧਾਨਗੀ ਤੋਂ ਬਾਅਦ ਹੋਏ ਆ। ਸਰ, ਇੱਕ ਜਿਹੜੀ ਤੁਸੀਂ ਗੱਲ ਕੀਤੀ ਕਿ ਕਾਂਗਰਸ ਨੇ 4.5 ਸਾਲ ਦੇ ਵਿੱਚ ਕੁਝ ਨਹੀਂ ਦਿੱਤਾ। ਅੰਮ੍ਰਿਤਸਰ ਦੇ ਵਿੱਚ ਇੱਕ ਵਿਧਾਇਕ ਵੱਲੋਂ ਹੋਰਡਿੰਗ ਲਗਾਏ ਗਏ, ਬਹੁਤ ਚਰਚਾ ਦਾ ਵਿਸ਼ਾ ਵੀ ਬਣੇ, ਟੈਬ ਵੰਡੇ ਜਾ ਰਹੇ ਨੇ। ਇਸ ਚੀਜ਼ ਦਾ ਤੁਹਾਨੂੰ ਲੱਗਦਾ ਕਿ ਇਹ ਬਹੁਤ ਜ਼ਰੂਰੀ ਆ, ਬੱਚਿਆਂ ਨੂੰ ਟੈਬ ਦਿੱਤੇ ਜਾਣੇ, ਜਾਂ ਜਿਹੜੀ ਕੈਂਪੇਨ ਚਲਾਈ ਗਈ ਉਹਨਾਂ ਵੱਲੋਂ? ਦੇਖੋ, ਇੱਕ ਏਜੰਸੀ ਹਾਇਰ ਕੀਤੀ, ਏਜੰਸੀ ਨੇ ਜਿਹੜਾ ਰਾਹ ਪਾ ਦਿੱਤਾ ਉਸ ਰਾਹ ਪੈ ਗਏ। ਟੈਬ ਦੇਣੇ ਨਾ ਦੇਣੇ ਉਹ ਗੱਲ ਵੱਖਰੀ ਆ। ਜਿਹੜੇ ਪਹਿਲੇ ਵਾਅਦੇ ਹੋਏ ਆ ਘਰ ਘਰ ਨੌਕਰੀ, ਕੀ ਉਹ ਦਿੱਤੀ ਗਈ? ਜੇ ਘਰ ਘਰ ਨੌਕਰੀ ਮਿਲ ਜਾਂਦੀ ਤੇ ਉਹਦੇ ਬਜ਼ੁਰਗ ਨੇ ਆਪ ਟੈਬ ਲੈ ਦੇਣਾ ਸੀ ਆਪਦੇ ਨਿਆਣੇ ਨੂੰ। ਚਲੋ ਤੁਸੀਂ ਦਿੱਤੇ ਟੈਬ, ਪਹਿਲਾਂ ਫੋਨ ਦੇ ਦਿੰਦੇ ਜਿਨ੍ਹਾਂ ਨਾਲ ਫਾਰਮ ਭਰਾਏ ਸੀ, ਕਰਜ਼ਾ ਮਾਫ ਕਰ ਦਿੰਦੇ ਕਿ ਉਹ ਪਰਿਵਾਰ ਆਪ ਸਮਰੱਥ ਹੋ ਜਾਂਦੇ ਸਾਰੇ ਕੰਮ ਕਰਨ ਨੂੰ। ਮਗਰ ਜੇ ਤੁਸੀਂ ਦਿੱਤੇ ਤੇ ਫਿਰ ਘਰ ਘਰ ਹੀ ਦੇ ਦਿੰਦੇ। 60 ਟੈਬ 2 ਲੱਖ ਆਬਾਦੀ ਪਿੱਛੇ ਕੀ ਲੱਭਿਆ? ਚਲੋ ਕਿਸੇ ਨੇ ਕੀ ਕੀਤਾ ਨਹੀਂ ਕੀਤਾ ਉਹਨਾਂ ਦੀ ਮਰਜ਼ੀ ਆ, ਮਗਰ ਕਿਤੇ ਨਾ ਕਿਤੇ ਇਹ ਮੈਂ ਸਮਝਦਾ ਯੰਗਸਟਰ ਦਾ ਸ਼ੋਸ਼ਣ ਹੈ। ਮਤਲਬ ਇਹ ਕੋਈ ਦਰਿਆ ਦਿਲੀ ਹੁੰਦੀ ਜੇ ਘਰ ਘਰ ਵੰਡ ਦਿੰਦੇ, ਚਲੋ ਫਾਇਦਾ ਹੋ ਜਾਂਦਾ ਤੇ ਮੈਂ ਚੰਗੇ ਕੰਮ ਨੂੰ ਚੰਗਾ ਹੀ ਕਹੂੰਗਾ। ਬੜੀ ਦੁਖਦਾਈ ਘਟਨਾ ਵਾਪਰੀ ਜੀ, ਲੱਗਦਾ ਕੋਈ ਪੰਜਾਬ ਦੇ ਹਾਲਾਤ ਖਰਾਬ ਕਰਨ ਦੀ ਹਾਂਜੀ ਆ ਰਹੀ ਹੈ। ਅਨੰਦਪੁਰ ਸਾਹਿਬ ਵਿਖੇ ਜੋ ਘਟਨਾ ਵਾਪਰੀ ਕੱਲ, ਬਿਲਕੁਲ ਨਿੰਦਣਯੋਗ ਹੈ ਜੀ ਉਹ। ਔਰ ਇਹ ਬਹੁਤ ਵੱਡੀ ਸਾਜ਼ਿਸ਼ ਪੰਜਾਬ ਦੇ ਭਾਈਚਾਰਕ ਸਾਂਝ ਨੂੰ, ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਆ। ਔਰ ਸਖਤ ਤੋਂ ਸਖਤ ਕਾਰਵਾਈ। ਔਰ ਉੱਥੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਬੰਦੇ ਸਨ, ਜਿਹੜੇ ਮੁਲਾਜ਼ਮ ਕਹਿ ਲਓ ਜਾਂ ਹੋਰ ਸੇਵਾਦਾਰ ਕਹਿ ਲਓ ਜਾਂ ਕੁਝ ਹੋਰ ਜਿਹੜੇ ਸੀ, ਜਿਨ੍ਹਾਂ ਨੇ ਮੌਕੇ ਤੇ ਆਪਦੀ ਚੁਸਤੀ ਦਰੁਸਤੀ ਵਿਖਾਈ ਤੇ ਕੰਮ ਹਲੇ ਬਹੁਤ ਬਚਾਅ ਹੋ ਗਿਆ। ਮਗਰ ਐਡੀ ਹਿੰਮਤ ਕਿਸੇ ਦੀ ਪੈ ਗਈ, ਇਹ ਬਹੁਤ ਵੱਡੀ ਇੱਕ ਇੰਟੈਲੀਜੈਂਸ ਫੇਲੀਅਰ ਵੀ ਆ। ਕਿ ਤਾਂ ਆਪਾਂ ਨੂੰ ਵੀ ਪਤਾ, ਅੱਜ ਆਪਾਂ ਪੀਸੀ ਕਰ ਰਹੇ, ਇੱਥੇ ਵੀ ਇੰਟੈਲੀਜੈਂਸ ਵਾਲੇ ਫਿਰਦੇ ਹੋਣੇ ਕਿ ਮਜੀਠੀਆ ਕੀ ਕਰਦਾ ਫਿਰਦਾ। ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨ ਨੂੰ ਫਿਰਦੇ, ਤੁਸੀਂ ਉਹਨਾਂ ਦੀ ਖਬਰ ਕਿਉਂ ਨਹੀਂ ਰੱਖਦੇ? ਫਿਰ ਕਿਉਂ ਇਹ ਜਿਹੇ ਮਾਹੌਲ ਪੈਦਾ ਹੋਣ ਦਿੰਦੇ? ਔਰ ਸਖਤ ਕਾਰਵਾਈ, ਔਰ ਇੱਕ ਇਹ ਜਿਹਾ ਉਦਾਹਰਣ ਦੇਣ ਇਹਨੂੰ ਪਨਿਸ਼ ਕਰਕੇ ਕਿ ਗਾਂ ਕੋਈ ਹਿੰਮਤ ਨਾ ਕਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੁੱਦੇ ਤੇ ਇਤਨੀ ਗਲਤੀ ਕਰ। ਪਾਰਟੀ ਦੀ ਜ਼ਮੀਨ ਹੈ ਕਿਸਾਨਾਂ ਦੀ, ਸੈਂਟਰਲ ਗਵਰਨਮੈਂਟ ਨੇ ਅਨਾਉਂਸ ਕੀਤਾ 5000 ਰੁਪਏ ਪਰ ਏਕੜ ਜਵਾਨ ਤੇ ਪੰਜਾਬ ਸਰਕਾਰ ਵੀ ਦੇਗੀ। 4.5 ਸਾਲਾਂ ਤੋਂ ਮੁਆਵਜ਼ਾ ਨਹੀਂ ਮਿਲਿਆ। ਸਰਕਾਰ ਨੇ ਸੀਐਮ ਦਾ ਘਰ ਦਾ ਭਰਾਵ ਕਰਨ ਜਾ ਰਹੇ। ਦੇਖੋ, ਬਾਦਲ ਸਾਹਿਬ ਨੇ ਇਹ ਮਨਜ਼ੂਰੀ ਉਸ ਵੇਲੇ ਦੇ ਡਿਪਟੀ ਪ੍ਰਾਈਮ ਮਿਨਿਸਟਰ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਲਿਆ ਕੇ ਇੱਥੇ ਪਹਿਲੀ ਵਾਰੀ ਤਾਰਾਂ ਤੋਂ ਪਾਰ ਵਾਲੇ ਕਿਸਾਨਾਂ ਦਾ ਜਿਹੜੇ ਦਰਦ ਸੀ ਉਹ ਸੈਂਟਰ ਸਰਕਾਰ ਅੱਗੇ ਰੱਖੇ ਸੀ। ਉਦੋਂ ਮੈਨੂੰ ਲੱਗਦਾ ਮੁਆਵਜ਼ਾ 3000 ਤੋਂ ਸ਼ੁਰੂ ਹੋਇਆ ਸੀ। ਔਰ ਮੈਨੂੰ ਯਾਦ ਹੈ ਮੈਂ ਵੀ ਰੈਵਨਿਊ ਮਿਨਿਸਟਰ ਸਾਂ ਜਦੋਂ 2015-16 'ਚ ਅਸੀਂ ਲਾਸਟ ਇਹਦੇ 10,000 ਦੇ ਚੈੱਕ ਵੀ ਵੰਡੇ ਸੀ।
ਔਰ ਉਸ ਤੋਂ ਬਾਅਦ ਅੱਜ 17 ਤੋਂ ਲੈ ਕੇ 4.5 ਸਾਲ ਇਹਨਾਂ ਦੀ ਸਰਕਾਰ ਚੱਲੀ ਔਰ ਮੈਂ ਫੇਰ ਇੱਕ ਐਂਟੀ ਕਿਸਾਨੀ ਸਟੈਪ ਦੱਸ ਸਕਦਾ। ਕਾਂਗਰਸ ਪਾਰਟੀ ਦਾ ਚਿਹਰਾ ਨੰਗਾ ਹੋਇਆ ਕਿ ਜਿਹੜੇ ਤਾਰਾਂ ਤੋਂ ਪਾਰ ਕਿਸਾਨ ਆ ਉਹਨਾਂ ਨੂੰ ਅੱਜ ਤੱਕ ਉਹਨਾਂ ਦਾ ਬਣਦੀ ਰਕਮ ਜੋ ਸੈਂਟਰ ਤੋਂ ਪੈਸੇ ਆਏ ਉਹ ਵੀ ਖਾ ਗਏ, ਆਪਣੇ ਤਾਂ ਕੀ ਦੇਣੇ ਸੀ। ਲੱਖਾਂ ਕਿਸਾਨਾਂ ਦਾ 550 ਕਿਲੋਮੀਟਰ ਦੀ ਇਹ ਬਾਰਡਰ ਹੈ ਜਿਨ੍ਹਾਂ ਦਾ ਹੱਕ ਮਾਰਿਆ ਗਿਆ ਵੱਖ-ਵੱਖ ਸਰਕਾਰਾਂ ਵੱਲੋਂ। ਸੋ ਇਹ ਬੜੇ ਅਫਸੋਸ ਦੀ ਗੱਲ ਹੈ ਔਰ ਸੱਚਾਈ ਦੀ ਗੱਲ ਹੈ। ਪੀਆਰਟੀਸੀ ਤੇ ਪਨਬਸ ਦੇ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਅੱਜ ਉਹਨਾਂ ਦੀ ਮੀਟਿੰਗ ਸੀਗੀ ਤੇ 842 ਜਿਹੜੀਆਂ ਨੇ ਬੱਸਾਂ ਵਧਾਉਣ ਦੀ ਗੱਲ ਕਰ ਰਹੀ ਸਰਕਾਰ ਕਿ 842 ਬੱਸਾਂ ਜਿਹੜੀਆਂ ਵਧਾਈ ਜਾਣਗੀਆਂ ਤੇ ਨਾਲੇ 30% ਤੁਹਾਡੀ ਤਨਖਾਹ ਜਿਹੜੀ ਵਧਾ ਦਿੱਤੀ ਜਾਊਗੀ, ਲੇਕਿਨ ਹਾਲੇ ਤਨਖਾਹ ਤੇ ਕੋਈ ਵੀ ਸਹਿਮਤੀ ਨਹੀਂ ਬਣੀ ਹੈ। ਤੁਸੀਂ ਨਾ ਯਾਰ ਸਰਕਾਰ ਕੀ ਕਹਿ ਰਹੀ ਹੈ ਨਹੀਂ ਕਹਿ ਰਹੀ ਹੈ, ਇਹ ਠੋਕੋ ਤਾਲੀ ਦਾ ਦੂਜਾ ਰੂਪ ਹੀ ਆ। ਇਹਨੂੰ ਮਜ਼ਾਕ 'ਚ ਸੁਣਿਆ ਕਰੋ ਤੇ ਘਰ ਨੂੰ ਚਲੇ ਜਾਇਆ ਕਰੋ। ਜਲਿਆਂਵਾਲੇ ਬਾਗ ਨੂੰ ਲੈ ਕੇ ਬੜਾ ਵਿਵਾਦ ਪਹਿਲਾਂ ਮੈਂ ਇੱਕ ਦੇ ਦਿਆਂ ਕਿ ਇਹ 'ਚ ਰਹਿਣ ਦੇਵਾਂ। ਕੱਚੇ ਮੁਲਾਜ਼ਮ ਜਿਨ੍ਹਾਂ ਨਾਲ ਵਾਅਦਾ ਕੀਤਾ ਸੀ 16 'ਚ ਪਹਿਲੀ ਕੈਬਨਿਟ, ਅੱਜ ਅਖੀਰਲੀ ਕੈਬਨਿਟ ਵੱਲ ਤੁਰੇ ਉਹਨੇ ਇੱਕ ਨਹੀਂ ਪੱਕਾ ਹੋਇਆ। ਜਿਨ੍ਹਾਂ ਨਾਲ ਵਾਅਦਾ ਕੀਤਾ ਸੀਗਾ ਆ 6ਵੀਂ ਪੇ ਕਮਿਸ਼ਨ 'ਚ ਫਰੰਟ ਲਾਈਨ ਵਾਰੀਅਰ ਕਿਹਨੂੰ ਕਿਹਾ ਕੋਵਿਡ ਵੇਲੇ? ਡਾਕਟਰਾਂ ਨੂੰ, ਆਸ਼ਾ ਵਰਕਰ ਨੂੰ, ਨਰਸਾਂ ਨੂੰ, ਸਫਾਈ ਕਰਮਚਾਰੀ ਨੂੰ, ਪੁਲਿਸ ਦੇ ਮਹਿਕਮੇ ਨੂੰ। ਕੋਈ ਪੁੱਛ ਲਓ ਜੇ ਇੱਕ ਵੀ ਰਾਜੀ ਆ ਇਹਨਾਂ ਦੇ ਪੇ ਕਮਿਸ਼ਨ ਦੀ ਹਾਈਕ ਨਾਲ। ਜਦ ਉਹੀ ਨਹੀਂ ਰਾਜੀ ਹੋ ਰਹੇ ਤੇ ਜਿਹੜੇ ਇਹਨਾਂ ਦਾ ਤਾਂ ਕਿਸੇ ਗਿਣਤੀ ਮਿੰਤੀ 'ਚ ਨਹੀਂ ਰੱਖਿਆ। ਇਹ ਤਾਂ ਐਵੇਂ ਗੱਲਾਂ ਬਿਲਕੁਲ ਹੀ ਸਮਾਂ ਟਪਾਉਣ ਦੀਆਂ ਨੇ। ਇਹਨਾਂ ਨੂੰ ਕੁਛ ਨਹੀਂ ਦੇਣਾ। ਮੈਂ ਤੁਹਾਨੂੰ ਲਿਖ ਕੇ ਦੇ ਸਕਦਾ, ਬੇਈਮਾਨ ਸੋਚ ਵਾਲੀ ਸਰਕਾਰ ਹੈ, ਜਮਾ ਕਿਸੇ ਨੂੰ ਕੁਛ ਨਹੀਂ ਦੇਣਾ। ਇਹ ਤਾਂ ਕੱਲਾ ਟਾਈਮ ਟਪਾਉਣ ਦੀਆਂ ਗੱਲਾਂ ਨੇ। ਟਾਈਮ ਟੱਪ ਜਾਣਾ ਫਿਰ ਕਹਿ ਦੇਣਾ ਜਾਬਤਾ ਲੱਗ ਗਿਆ ਕਿਤੇ ਕੰਮ ਇੱਥੋਂ ਮੁਕਾ ਦੇਣੀ। ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਜੇ 15 ਦਿਨਾਂ ਦੇ ਵਿੱਚ ਸਕਾਲਰਸ਼ਿਪ ਘੁਟਾਲੇ ਦੋਸ਼ੀ ਨੂੰ ਨਾ ਸਾਹਮਣੇ ਲਿਆਂਦਾ ਗਿਆ ਤੇ ਉਹ ਉੱਥੇ ਮੁੱਖ ਮੰਤਰੀ ਘਰ ਦਾ ਕਰਾਊਗਾ। ਕਿੱਥੋਂ ਲਿਆਉਣਾ? ਲਾਹੌਰ ਤੋਂ? ਨਾਭੇ 'ਚ ਰਹਿੰਦਾ। ਮੈਂ ਪਤਾ ਦੱਸ ਦਿੰਦਾ ਦੂਲੋ ਸਾਹਿਬ, ਉਹਦਾ ਪਤਾ ਜਿਹੜਾ ਮੰਤਰੀ ਆ ਧਰਮਸੋਤ, ਸਭ ਤੋਂ ਉਹਦੇ ਖਿਲਾਫ ਰਿਪੋਰਟ ਕਿਹਦੀ? ਤੁਹਾਡੇ ਸੈਕਟਰੀ ਦੀ, ਕਿਰਪਾ ਸ਼ੰਕਰ ਸਰੋਜ ਦੀ। ਕਰੋੜਾਂ ਰੁਪਈਆ ਬੱਚਿਆਂ ਦਾ ਵਜੀਫਾ ਖਾ ਗਿਆ ਔਰ ਜਿਹਦੇ ਖਿਲਾਫ ਜਾਂਚ ਵੀ ਸ਼ੁਰੂ ਹੈ। ਇਹ ਤਾਂ ਸਮੇਂ ਜੇ ਵਾਕਈ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਐਸਸੀ ਭਾਈਚਾਰੇ ਵੱਲ ਜਾਂ ਸਾਡੇ ਐਸਸੀ ਵਿਦਿਆਰਥੀਆਂ ਵੱਲ ਵਾਕਈ ਸੱਚੀ ਸੋਚ ਰੱਖਦੇ ਆ ਤੇ ਇਹਨੂੰ ਫੜ ਕੇ ਅੰਦਰ ਕਰੋ। ਸਵੇਰੇ ਦੁੱਧ ਤੇ ਪਾਣੀ ਦਾ ਪਾਣੀ ਹੋ ਜੂਗਾ, ਮਗਰ ਇਹ ਮਨਸ਼ਾ ਹੈ ਨਹੀਂ ਸਰਕਾਰ ਦੀ। ਔਰ ਦੂਲੋ ਸਾਹਿਬ ਦੀ ਤਾਂ ਤੁਹਾਨੂੰ ਪਤਾ ਹੀ ਹੈ ਕਿੰਨੀ ਕੁ ਚੱਲਦੀ ਹੈ। ਸੋ ਦੂਲੋ ਸਾਹਿਬ ਹਾਂ ਉਹ ਦੇਣ ਧਰਨਾ, ਅਸੀਂ ਉਹਨਾਂ ਦਾ ਸਾਥ ਦੇਵਾਂਗੇ, ਅਸੀਂ ਵੀ ਨਾਲ ਚੱਲ ਕੇ ਬੈਠਣ ਨੂੰ ਤਿਆਰ ਹਾਂ। ਉਹ ਕਹਿੰਦੇ ਹਾਈ ਕਮਾਂਡ ਕਮਜ਼ੋਰ ਹੈ ਤਦ ਕਾਂਗਰਸ ਦਾ ਇਹ ਹਾਲ ਹੋਇਆ। ਚਲੋ ਹੁਣ ਉਹਨਾਂ ਨੂੰ ਉਹ ਕਿਹੜੀ ਹੁੰਦੀ ਆ ਚਮਨਪ੍ਰਾਸ਼ ਕੀ ਖਵਾ ਦਿਓ। ਜਲਿਆਂਵਾਲੇ ਬਾਗ ਨੂੰ ਲੈ ਕੇ ਬੜਾ ਵਿਵਾਦ ਹੋ ਰਿਹਾ। ਅੱਜ ਵੀ ਕਿਸਾਨ ਅਤੇ ਜਿਹੜੇ ਸ਼ਹੀਦਾਂ ਦੇ ਪਰਿਵਾਰ ਉਹਨਾਂ ਨੇ ਜਲਿਆਂਵਾਲੇ ਬਾਗ ਦਾ ਘਿਰਾਵ ਕੀਤਾ ਗਿਆ। ਆਪਣੀ ਪਾਰਟੀ ਦੀ ਸਵਾਲ ਚੱਕ ਰਹੀ ਹੈ। ਦੇਖੋ ਮੈਂ ਨਾ ਇੱਕ ਸਾਡੇ ਸਿਆਸੀ ਵਖਰੇਵੇਂ ਉਹਨਾਂ ਨਾਲ ਬਹੁਤ ਜ਼ਿਆਦੇ ਆ, ਮਗਰ ਕੱਲ ਮੈਂ ਆਪ ਤਾਂ ਵੇਖੀ ਨਹੀਂ, ਮਗਰ ਕੱਲ ਮੈਨੂੰ ਪਤਾ ਲੱਗਿਆ ਕਿ ਲక్ష్ਮੀਕਾਂਤ ਚਾਵਲਾ ਜੀ ਵੀ ਇਸ ਮੁੱਦੇ ਤੇ ਬੋਲੇ ਆ ਔਰ ਉਹਨਾਂ ਨੇ ਵੀ, ਔਰ ਮੈਂ ਤਾਂ ਇਹ ਗੱਲ ਬੜੀ ਵਾਰੀ ਕਰ ਚੁੱਕਿਆ, ਅੱਜ ਮੈਂ 5ਵੀਂ 6ਵੀਂ ਵਾਰੀ ਰੱਖਣ ਲੱਗਿਆ ਔਰ ਮੈਂ ਤਾਂ ਅੱਜ ਸਾਰੀ ਲੀਡਰਸ਼ਿਪ ਨੂੰ ਕਰਦਾ ਕ੍ਰਾਸ ਪਾਰਟੀ ਲਾਈਨ ਅਪੀਲ ਕਿ ਜਿਹੜੇ ਇਹ ਜੇ ਇੰਪੋਰਟੈਂਟ ਹਿਸਟੋਰਿਕ ਜਲਿਆਂਵਾਲਾ ਬਾਗ ਹੋ ਗਏ ਜਾਂ ਹੋਰ ਇਹ ਜੇ ਹਿਸਟੋਰਿਕ ਜਿਹੜੇ ਆਪਣੇ ਪਲੇਸ ਆਫ ਇੰਪੋਰਟੈਂਸ ਨੇ, ਉਹਨਾਂ ਨਾਲ ਛੇੜਛਾੜ ਦੁਨੀਆ 'ਚ ਕੋਈ ਸਰਕਾਰ ਨਹੀਂ ਕਰਦੀ। ਔਰ ਜੇ ਸਾਡੇ ਪੰਜਾਬ 'ਚ ਦੇਸ਼ ਦੀ ਸਰਕਾਰ ਨੇ ਜੋ ਛੇੜਛਾੜ ਜਾ ਕੇ ਜਲਿਆਂਵਾਲਾ ਬਾਗ ਕੀਤੀ ਆ, ਉਹਦਾ ਓਰੀਜਨਲ ਜਿਹੜਾ ਸੂਰਤ ਸੀ ਉਹਨੂੰ ਵਿਗਾੜ ਕੇ ਬਿਲਕੁਲ ਹੀ ਇੱਕ ਜਿਵੇਂ ਮੈਰਿਜ ਪੈਲੇਸ 'ਚ ਵਿਆਹ ਦੇ ਸਮਾਗਮ ਦੀ ਲੁੱਕ ਹੁੰਦੀ ਆ ਉਹੋ ਜਿਹੀ ਦੇਣ ਦੀ ਕੋਸ਼ਿਸ਼ ਕੀਤੀ ਆ। ਉਸ ਬਲੰਡਰ ਨੂੰ ਕਰੈਕਟ ਕਰਨਾ ਚਾਹੀਦਾ। The wrong should be set right ਔਰ all parties ਇਹਦੇ 'ਚ ਕੋਈ ਨੀਵਾਂ ਜਾਂ ਵੱਡਾ ਨਹੀਂ ਹੋ ਜਾਣਾ ਜਸਟ ਬਿਕੋਜ਼ ਕੇਂਦਰ 'ਚ ਸਰਕਾਰ ਹੈ। ਜਲਿਆਂਵਾਲਾ ਬਾਗ ਦਾ ਟਰਸਟ ਕੇਂਦਰ ਸਰਕਾਰ ਦੇ ਥੱਲੇ ਚੱਲਦਾ ਤੇ ਜੇ ਉਹਨਾਂ ਤੋਂ ਗਲਤੀ ਹੋ ਗਈ ਉਹਨੂੰ ਕਰੈਕਟ ਕਰ ਦਿਓ। ਕੋਈ ਨੀਵਾਂ ਜਾਂ ਵੱਡਾ ਨਹੀਂ ਹੋ ਜਾਣਾ, ਬਟ ਦ ਕਰੈਕਟ wrong should be corrected। ਮੈਂ ਇਸ ਗੱਲ ਦੇ ਸਹਿਮਤੀ ਔਰ ਮੈਂ ਅੰਮ੍ਰਿਤਸਰ ਦੇ ਸਾਰੇ ਲੀਡਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਕਿ ਆਪਾਂ ਸਭ ਨੂੰ ਇਕੱਠੇ ਹੋ ਕੇ ਇਸ ਗੱਲ ਦਾ ਦਬਾਅ ਬਣਾਉਣਾ ਚਾਹੀਦਾ ਜਿਵੇਂ ਬਾਕੀ ਸਿਟੀਜ਼ਨਸ ਬਣਾ ਰਹੇ ਆ। ਇਹ ਵਾਕਈ ਹਿਸਟੋਰੀਕਲ ਬਲੰਡਰ ਹੋ ਰਿਹਾ, ਇਹਨੂੰ ਠੀਕ ਕਰਨ ਦੀ ਲੋੜ ਹੈ। ਲੱਗਦਾ ਹੈ
ਕੋਈ ਸਿੱਧੂ ਸਾਹਿਬ ਤੇ ਕੈਪਟਨ ਸਾਹਿਬ ਸਮਝੌਤਾ ਹੋ ਗਿਆ, ਪਹਿਲੀ ਵਾਰ 5-7 ਦਿਨ ਲੰਘੇ ਜਦੋਂ ਸਿੱਧੂ ਸਾਹਿਬ ਨੇ ਕੋਈ ਸਿਆਸੀ ਹਮਲਾ ਨਹੀਂ ਕੀਤਾ ਕੈਪਟਨ ਸਾਹਿਬ ਤੇ। ਐਰੋਪਲੇਨ ਮੋੜ ਤੇ ਹੋ ਗਿਆ ਤੇ ਮੈਨੂੰ ਲੱਗਦਾ ਤੁਸੀਂ ਰਹਿਣ ਨਹੀਂ ਦੇਣਾ। ਨਾਲੇ ਹੋ ਹੀ ਗਿਆ, ਚਿੱਠੀ ਦੇ ਤੁਸੀਂ ਮਾਮਲਾ ਸਾਰਾ ਗੱਲਬਾਤ ਦਾ ਢੰਗ ਹੀ ਦੱਸਦਾ, ਨਹੀਂ ਤਾਂ ਪਹਿਲੇ ਸੱਟੇ ਤਾਂ ਕਪਤਾਨ ਤੇ ਚੜਾਈ ਹੁੰਦੀ ਸੀ, ਹੁਣ ਤਾਂ ਸੱਜੇ ਖੱਬੇ ਧਿਆਨ ਹੋ ਗਿਆ। ਇਸ ਲਈ ਇਹ ਗੱਲ ਫਿਕਸ ਹੋ ਗਿਆ ਕੰਮ। ਪਰਚੇ ਰੱਦ ਕਰਨ ਦੀ ਮੰਗ ਕੀਤੀ ਕਿ ਜਿਹੜੇ ਝੂਠੇ ਕਿਸਾਨਾਂ ਦੇ ਪਰਚੇ ਹੋਏ ਨੇ ਉਹ ਰੱਦ ਕੀਤੇ ਜਾਣ, ਜਿਵੇਂ ਉਹਨਾਂ ਨੇ। ਚੰਗੀ ਗੱਲ ਆ, ਪਹਿਲਾਂ ਤਾਂ ਮੰਨੇ ਕਿ ਅਸੀਂ ਝੂਠੇ ਪਰਚੇ ਕੀਤੇ ਆ। ਕਾਂਗਰਸ ਮੰਨ ਗਈ, ਪਹਿਲਾਂ ਤਾਂ ਮੰਨਦੀ ਨਹੀਂ ਸੀ, ਫਿਰ ਭੁੱਲ ਗਏ ਕਿ ਚਮਕੌਰ ਸਾਹਿਬ ਦੀ ਫੇਰੀ 'ਚ ਠੋਕੋ ਤਾਲੀ ਨੇ ਵੀ ਕਰਾਏ ਸੀ, ਤੇ ਹੁਣ ਆਪ ਦੀ ਗਲਤੀ ਮੰਨੀ ਆ, ਸੁਧਾਰ ਲੈਣੀ ਚਾਹੀਦੀ। ਅਸੀਂ ਤਾਂ ਬੜੇ ਚਿਰ ਦੇ ਕਹਿ ਰਹੇ। ਮਜੀਠੀਆ ਸਾਹਿਬ, ਅਧਿਆਪਕਾਂ ਦੀ ਗੱਲ ਕਰਦੇ, ਸਕੂਲਾਂ ਦੀ ਗੱਲ ਕਰ ਰਹੀ ਸਰਕਾਰ ਕਿ ਸਕੂਲ ਕਾਫੀ ਸਮਾਰਟ ਬਣਾ ਦਿੱਤੇ ਗਏ, ਲੇਕਿਨ ਅੱਜ ਅਧਿਆਪਕ ਸੜਕਾਂ ਤੇ ਉਤਰੇ ਹੋਏ ਨੇ, ਪ੍ਰਦਰਸ਼ਨ ਕਰ ਰਹੇ ਨੇ। ਨੌਕਰੀ ਦੀ ਮੰਗ ਦਿੱਤੀ ਜਾਂਦੀ ਹੈ, ਲੇਕਿਨ ਨੋਟੀਫਿਕੇਸ਼ਨ ਜਦੋਂ ਆਉਂਦਾ ਜਾਂ ਕਦੀ ਵੀ ਰਿਕੁਆਇਰਮੈਂਟ ਆਉਂਦੀ ਹੈ, ਲੇਕਿਨ ਉੱਥੇ ਜਦੋਂ ਸਰਚ ਕੀਤਾ ਜਾਂਦਾ ਤੇ ਉੱਥੇ ਆਊਟ ਆਫ ਸਰਵੇ ਹੋ ਜਾਂਦੀ ਹੈ ਸੀਟਾਂ। ਦੇਖੋ ਤੁਹਾਡੇ ਸਾਹਮਣੇ ਹੈ ਯਾਰ, ਮੌਜੂਦਾ ਸਰਕਾਰ ਦੀ ਨਾ ਜੀ ਹਰ ਗੱਲ 'ਚ ਕੋਈ ਵਜਨ ਨਹੀਂ ਆ। ਸਮਾਰਟ ਸਕੂਲ ਵੀ ਜੇ ਬਣੇ, ਪੇਰੈਂਟਸ ਨੂੰ ਤੇ ਟੀਚਰ ਸਾਹਿਬਾਨਾਂ ਨੂੰ ਕਿਹਾ ਗਿਆ ਕਿ ਇਹ ਤੇ ਖਰਚਾ ਹੁੰਦਾ ਪੇਂਟਿੰਗ ਦਾ, ਤੁਸੀਂ ਕਰਾਓ। ਸਮਾਰਟ ਸਕੂਲ 'ਚ ਇਹ ਨਹੀਂ ਬਣਿਆ ਕਿ ਕੰਪਿਊਟਰ ਲੱਗ ਗਏ, ਨਵੇਂ ਤਰੀਕੇ ਦੀ ਕੁਰਸੀ ਟੇਬਲ ਲੱਗ ਗਏ, ਨਵੇਂ ਬਲੈਕ ਬੋਰਡ ਲੱਗ ਗਏ, ਇਕੱਲਾ ਪੇਂਟਿੰਗ ਹੋਈ ਆ। ਔਰ ਉਹ ਪੇਂਟਿੰਗ ਦਾ ਵੀ ਜ਼ਿਆਦਾਤਰ ਖਰਚ ਟੀਚਰ ਸਾਹਿਬਾਨਾਂ ਨੂੰ ਦੇਣਾ ਪਿਆ। ਔਰ ਜਿਸ ਤਰੀਕੇ ਨਾਲ ਰੋਜ਼ ਟੀਚਰ ਸਾਹਿਬਾਨਾਂ ਨੂੰ ਜਲੀਲ ਕੀਤਾ ਜਾਂਦਾ ਹੈ, ਤਾਂ ਗੁਰੂ ਦਾ ਰੂਪ ਹੀ। ਆਪਾਂ ਅਧਿਆਪਕ ਨੂੰ ਗੁਰੂ ਮੰਨਦੇ ਆ, ਤੇ ਉਸ ਗੁਰੂ ਦਾ ਜੋ ਹਾਲਾਤ ਹੋ ਰਹੇ ਆ ਤੁਸੀਂ ਆਪ ਸਹਿਮਤ ਹੋ, ਉਹ ਅਸਲ ਸੋਚ ਹੈ ਕਾਂਗਰਸ ਦੀ। ਔਰ ਕਾਂਗਰਸ ਨੇ, ਮੈਂ ਫੇਰ ਕਹਿ ਦਿਆਂ, ਕੱਖ ਨਹੀਂ ਕਰਨਾ। ਇੱਕ ਗੱਲ ਮੈਂ ਜ਼ਰੂਰ ਤੁਹਾਨੂੰ ਬੇਨਤੀ ਕਰਦਿਆਂ ਜੀ, ਅੱਜ ਹੀ ਖਬਰ ਆਈ ਆ, ਉਹ ਗਿਆਨੀ ਜੈਲ ਸਿੰਘ ਹੋਰਾਂ ਦੇ ਪੋਤਰੇ ਨੇ ਜੁਆਇਨ ਕੀਤਾ ਭਾਜਪਾ। ਹੁਣ ਉਹ ਕੌਣ ਹੈ? ਆਪ ਦੇ ਜਿਹੜੇ ਐਮਐਲਏ ਸਾਹਿਬ ਨੇ ਕੁਲਤਾਰ ਸੰਧਵਾ ਜੀ, ਉਹਨਾਂ ਦਾ ਬ੍ਰਦਰ ਹੈ, ਉਹ ਕਜ਼ਨ ਬ੍ਰਦਰ ਹੈ। ਔਰ ਜਿਹੜੀ ਗੱਲ ਅਸੀਂ ਬਾਰ-ਬਾਰ ਕਹਿੰਦੇ ਸੀ ਕਿ ਇਹ ਜਿਹੜੇ ਆਪ ਵਾਲੇ ਹੈ ਤੇ ਇਹ ਭਾਜਪਾ, ਇਹ ਬ੍ਰਦਰ ਸਿਸਟਰ ਕੰਸਰਨ ਨੇ, ਇਹ ਰਲ ਮਿਲ ਕੇ, ਕਿਉਂਕਿ ਕੇਜਰੀਵਾਲ ਸਾਹਿਬ ਦੇ ਆਪ ਦੇ ਬਿਆਨ ਹੈ ਕਿ ਮੈਂ ਆਪ ਆਰਐਸਐਸ ਦਾ ਵਰਕਰ ਰਿਹਾ, ਤੇ ਔਰ ਉਹੀ ਕੁਝ ਅੱਜ ਵੇਖਣ ਨੂੰ ਮਿਲ ਰਿਹਾ ਜਦੋਂ ਗਿਆਨੀ ਜੈਲ ਸਿੰਘ ਦਾ ਪਰਿਵਾਰ ਦਾ ਇੱਕ ਪੋਤਰਾ ਇਹ ਕਵੇ ਕਿ ਜੋ ਮੇਰੇ ਬਾਪੂ ਨੇ ਉਦੋਂ ਕਿਹਾ ਸੀ, ਅੱਜ ਮੈਂ ਉਹ ਮਸਲਾ ਠੀਕ ਕਰਤਾ। ਮਤਲਬ ਕਿ ਜੋ ਭਾਵੇਂ ਰਾਸ਼ਟਰਪਤੀ ਜਾਂ ਵੱਡੇ ਅਹੁਦੇ ਕਾਂਗਰਸ ਤੋਂ ਮਿਲੇ ਸੀ, ਮਗਰ ਇਹ ਕਿਹਾ ਸੀਗਾ ਕਿ ਆਪਾਂ ਭਾਜਪਾ ਦਾ ਧਿਆਨ ਰੱਖਣਾ, ਔਰ ਉਹ ਅੱਜ ਮੈਂ ਸਹੀ ਕਰਤਾ। ਔਰ ਉਹੀ ਕੰਮ ਸੰਧਵਾ ਸਾਹਿਬ ਜਾਂ ਕੇਜਰੀਵਾਲ ਸਾਹਿਬ ਉੱਥੇ ਬੈਠੇ ਚਲਾ ਰਹੇ ਆ। ਇਹ ਬਹੁਤ ਇੱਕ ਬੜੀ ਪੰਜਾਬ ਨੂੰ, ਪੰਜਾਬ ਦੀ ਕਿਸਾਨੀ ਨੂੰ, ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਲਈ ਜਿਹੜਾ ਮਾਹੌਲ ਬਣ ਰਿਹਾ, ਹੌਲੀ ਹੌਲੀ ਰੱਬ ਇਸ ਤਰ੍ਹਾਂ ਇਹ ਜਿਹੇ ਫੈਸਲਿਆਂ ਦੇ ਵਿੱਚੋਂ ਸੱਚ ਕੱਢਦਾ ਹੈ। ਸੱਚ ਬੜਾ ਵੱਡਾ ਨਿਕਲ ਕੇ ਆਇਆ। ਥੈਂਕ ਯੂ।